बलवीर कौर बिरज लाल जिंदड़ DAV पब्लिक स्कूल जाखल मंडी तो क्लास 12वीं नावल गवाचा मुंडा लैके तुहाडे रूबरू हो रही हाँ। गवाचा मुंडा नावल जो है जगदीश कौशल द्वारा लिखा गया है। यह एक मनोविग्यानिक किस्म का नावल है। इसका विषय बच्चों लिए TV ते प्रकाशित हुंदे अंध विश्वासां दे गैबी शक्तियां नाल भरपूर ਅਤੇ समाज विच फैले अंध विश्वासां दा बाल मनां ते पै रिहा बुरा प्रभाव है। पर ਇਹ ਇੰਨੇ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ ਕਿ ਬਾਲ ਮਨ ਸਹਿਜੇ ਹੀ ਇਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ, ਇਹਨਾਂ ਨੂੰ ਸੱਚ ਮੰਨ ਲੈਂਦੇ ਹਨ ਤੇ ਆਪਣੀ ਜ਼ਿੰਦਗੀ ਨੂੰ ਕਿਸੇ ਕਾਲਪਨਿਕ ਦਿਸ਼ਾ ਵੱਲ ਲਿਜਾਂਦੇ ਹੋਏ ਉਸ ਨੂੰ ਦਿਸ਼ਾਹੀਨ ਹੋ ਜਾਂਦੇ ਹਨ। ਜਿਵੇਂ ਇਸ ਨਾਵਲ ਵਿੱਚ ਪਾਤਰ ਘੋਗਾ ਦਿਸ਼ਾਹੀਨ ਹੋ ਜਾਂਦਾ ਹੈ। ਨਾਵਲ ਦਾ ਸਾਰ ਨਾਵਲ ਦਾ ਮੁੱਖ ਪਾਤਰ ਘੋਗਾ ਜੋ 6ਵੀਂ ਜਮਾਤ ਦਾ ਵਿਦਿਆਰਥੀ ਹੈ ਬਹੁਤ ਲਾਪਰਵਾਹ ਹੈ। ਪੜ੍ਹਨ ਦੀ ਬਜਾਏ ਉਹ ਦੋਸਤਾਂ ਮਿੱਤਰਾਂ ਨਾਲ ਗੱਪਾਂ ਮਾਰ ਕੇ ਜਾਂ ਲੜਾਈਆਂ ਝਗੜੇ ਕਰਕੇ ਵਕਤ ਬਰਬਾਦ ਕਰਦਾ ਹੈ ਤੇ ਘਰ ਆ ਕੇ ਦੇਰ ਰਾਤ ਤੱਕ TV ਦੇਖਦਾ ਰਹਿੰਦਾ ਹੈ, ਜਿਸ ਵਿੱਚੋਂ ਆਮ ਤੌਰ ਤੇ ਉਹ ਮਾਰ ਧਾੜ ਵਾਲੇ ਜਾਂ ਇਹੋ ਜਿਹੇ ਪ੍ਰੋਗਰਾਮ ਵੇਖਦਾ ਹੈ ਜੋ ਉਸ ਦੇ ਮਨ ਦੇ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ। ਸਿੱਟੇ ਵਜੋਂ 6ਵੀਂ ਵਿੱਚੋਂ ਫੇਲ ਹੋ ਜਾਂਦਾ ਹੈ। ਉਸ ਦੀ ਮਾਂ ਉਸ ਨੂੰ TV ਵੇਖਣ ਤੋਂ ਰੋਕਦੀ ਹੈ, ਪੜ੍ਹਨ ਲਈ ਕਹਿੰਦੀ ਹੈ, ਪਰ ਉਹ ਆਪਣੇ ਫੇਲ ਹੋਣ ਦਾ ਕਾਰਨ ਆਪਣੀ ਲਾਪਰਵਾਹੀ ਨਹੀਂ ਮੰਨਦਾ, ਬਲਕਿ ਉਹ ਕਹਿੰਦਾ ਹੈ ਕਿ ਉਹ ਇਸ ਲਈ ਫੇਲ ਹੋ ਗਿਆ ਕਿਉਂਕਿ ਉਸਨੇ ਪੀਰ ਬਾਬੇ ਦੇ ਮੱਥਾ ਨਹੀਂ ਸੀ ਟੇਕਿਆ, ਕਿਉਂਕਿ ਉਸਨੇ ਪੁਜਾਰੀ ਦੀ ਇਸ ਗੱਲ ਨੂੰ ਸੱਚ ਮੰਨ ਲਿਆ ਸੀ ਕਿ ਜੋ ਗੁਰੂ ਪੀਰ ਦੀ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਦੇ ਕੰਮ ਆਪਣੇ ਆਪ ਹੀ ਹੋ ਜਾਂਦੇ ਹਨ। ਇਸ ਲਈ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰ, ਮੈਂ ਐਸਾ ਚਮਤਕਾਰ ਕਰਕੇ ਵਿਖਾਵਾਂਗਾ ਕਿ ਤੂੰ ਯਾਦ ਰੱਖੇਂਗੀ। ਉਸ ਦੀ ਇਹ ਜਿਹੜੀ ਸੋਚਣੀ ਹੈ ਉਹ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ਤੇ ਇਹ ਵੀ ਚਾਹੁੰਦਾ ਹੈ ਕਿ ਉਹ ਪੜ੍ਹਾਈ ਵਿੱਚੋਂ ਹੁਸ਼ਿਆਰ ਤੇ ਵਧੀਆ ਨੰਬਰ ਲੈ ਕੇ ਇਮਤਿਹਾਨ ਵੀ ਪਾਸ ਕਰੇ ਤੇ ਲਗਨ ਨਾਲ ਪੜ੍ਹਾਈ ਤੇ ਮਿਹਨਤ ਕਰਨ ਦੀ ਬਜਾਏ TV ਤੇ ਚਮਤਕਾਰ ਵਿਖਾਉਣ ਵਾਲੇ ਸ਼ਕਤੀਆਂ ਜਿਵੇਂ ਚੰਦਰਪੁਰੀ, ਸੋਨਪਰੀ, ਸੋਨ ਕਾਟੋ ਦੀ ਮਦਦ ਲਾ ਕੇ ਆਪਣੀ ਜਿਹੜੀ ਸਫਲਤਾ ਪ੍ਰਾਪਤ ਕਰਨਾ ਚਾਹੁੰਦਾ ਹੈ, ਕਿਉਂਕਿ ਉਸ ਦੇ ਬਾਲ ਮਨ ਨੇ ਨਿਰੋਲ ਕਲਪਨਾਵਾਂ ਨੂੰ ਹੀ ਸੱਚ ਮੰਨ ਲਿਆ ਹੈ। ਉਹ ਆਪ ਇਕਾਗਰਤਾ ਨਾਲ ਪੜ੍ਹਨ ਦੀ ਬਜਾਏ ਕਾਲਪਨਿਕ ਸ਼ਕਤੀਆਂ ਨੂੰ ਹੀ ਲੱਭਦਾ ਰਹਿੰਦਾ ਹੈ ਜੋ ਅਸਲ ਰੂਪ ਵਿੱਚ ਤਾਂ ਨਹੀਂ ਮਿਲਦੀਆਂ, ਪਰ ਕਈ ਵਾਰ ਕੋਈ ਚੰਦਰਪੁਰੀ ਉਸਦੇ ਸੁਪਨੇ ਵਿੱਚ ਆ ਕੇ ਉਸ ਨੂੰ ਭਰਮਾਉਂਦੀ ਹੈ ਤੇ ਕਦੀ ਸੋਨ ਕਾਟੋ ਦਾ ਖਿਆਲ ਹੀ ਉਸ ਵਿੱਚ ਉਤਸ਼ਾਹ ਬਣਾ ਦਿੰਦਾ ਹੈ। ਉਹ ਸਕੂਲ ਵਿੱਚੋਂ ਸਜ਼ਾ ਤੋਂ ਬਚਣ ਲਈ, ਹੁਸ਼ਿਆਰ ਬਣਨ ਲਈ, ਇਮਤਿਹਾਨਾਂ ਵਿੱਚੋਂ ਪਾਸ ਹੋਣ ਲਈ ਤੇ ਹੋਮਵਰਕ ਆਪਣੇ ਆਪ ਹੋ ਜਾਣ ਦੇ ਮਕਸਦ ਨਾਲ ਕਦੇ ਉਹ ਮਦਾਰੀ ਦੇ ਮਗਰ ਲੱਗ ਜਾਂਦਾ ਹੈ ਤੇ ਕਦੇ ਕਾਲੇ ਪਿੰਡੇ ਵਾਲੇ ਸਾਧ ਤੋਂ ਧਾਗੇ ਤਵੀਤ ਲੈ ਕੇ ਵਰਤਦਾ ਹੈ ਤੇ ਕਦੇ ਚੋਰੀ ਬਾਗ ਵਿੱਚ ਜਾ ਕੇ ਸੋਨ ਕਾਟੋ ਨੂੰ ਲੱਭਦਾ ਰਹਿੰਦਾ ਹੈ। ਉਹ ਅਜਿਹੀਆਂ ਪਰਿਸਥਿਤੀਆਂ ਵਿੱਚੋਂ ਲੰਘਦਾ ਹੈ, ਉਹ ਨੁਕਸਾਨ ਵੀ ਝੱਲਣਾ ਪੈਂਦਾ ਉਸਨੂੰ। ਕਦੇ ਉਸਦਾ ਬਸਤਾ ਗਵਾਚ ਜਾਂਦਾ ਹੈ, ਕਦੇ ਨਿੱਕਰ, ਕਦੇ ਸਕੂਲੋਂ ਬਹਾਨਾ ਲਾਉਣ ਤੇ ਕਦੇ ਘਰ ਬਿਮਾਰੀ ਦਾ ਬਹਾਨਾ ਲਾ ਕੇ ਤੇ ਕਦੇ ਤਵੀਤ ਕਾਰਨ ਗੁਆਂਢਣ ਤੋਂ ਗਾਲਾਂ ਵੀ ਖਾਣੀਆਂ ਪੈਂਦੀਆਂ ਹਨ, ਪਰ ਭਟਕਣਾ ਫਿਰ ਵੀ ਉਸਦੀ ਖਤਮ ਨਹੀਂ ਹੁੰਦੀ। ਉਹ ਸਕੂਨ ਲੱਭਦਾ ਹੈ, ਬੇਚੈਨ ਹੋ ਜਾਂਦਾ ਹੈ। ਨਾਵਲਕਾਰ ਕਹਿੰਦਾ ਹੈ ਕਿ ਕੋਈ ਕਰਾਮਾਤ ਨਹੀਂ ਹੁੰਦੀ, ਸਗੋਂ ਬੰਦੇ ਦੇ ਮਨ ਹੀ ਕਰਾਮਾਤ ਕਰਦਾ ਹੈ। ਇਸ ਤਰ੍ਹਾਂ ਹੀ ਘੋਗੇ ਨਾਲ ਵੀ ਵਾਪਰਦਾ ਹੈ। ਜਦੋਂ ਉਹ ਸੋਨ ਕਾਟੋ ਦੇ ਵਜੂਦ ਨੂੰ ਆਪ ਹੀ ਮੰਨ ਲੈਂਦਾ ਹੈ ਤਾਂ ਉਸ ਵਿੱਚ ਥੋੜ੍ਹਾ ਜਿਹਾ ਆਤਮ ਵਿਸ਼ਵਾਸ ਆ ਜਾਂਦਾ ਹੈ। ਉਹ ਪੜ੍ਹਨ ਲੱਗ ਪੈਂਦਾ ਹੈ। ਫਿਰ ਉਹ ਇਹ ਸਮਝਦਾ ਹੈ ਕਿ ਉਹ ਸਭ ਕੁਝ ਸੋਨ ਕਾਟੋ ਦੀ ਮਿਹਰਬਾਨੀ ਕਰਕੇ ਹੀ ਹੋ ਰਿਹਾ ਹੈ। ਜਿਉਂ-ਜਿਉਂ ਉਸ ਦਾ ਆਤਮ ਵਿਸ਼ਵਾਸ ਡਿੱਗਦਾ ਹੈ, ਉਹ ਵੀ ਪੜ੍ਹਾਈ ਵਿੱਚ ਇਕਾਗਰਤਾ ਉਸਦੀ ਭੰਗ ਹੋ ਜਾਂਦੀ ਹੈ। ਅਸਲ ਵਿੱਚ ਉਹ ਬਹੁਤ ਜ਼ਿਆਦਾ ਭਟਕ ਗਿਆ ਸੀ। ਉਸ ਦੇ ਆਪਣੇ ਆਪ 'ਤੇ ਵਿਸ਼ਵਾਸ ਹੀ ਨਹੀਂ ਸੀ ਰਿਹਾ। ਨਾਵਲਕਾਰ ਵੀ ਲਿਖਦਾ ਹੈ ਕਿ ਜਦੋਂ ਬੰਦਾ ਹਥਿਆਰ ਸੁੱਟ ਦਿੰਦਾ ਹੈ ਤਦ ਉਸ ਦੇ ਆਪਣੇ ਆਪ ਉਪਰਾਲਾ ਵਿਸ਼ਵਾਸ ਵੀ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਘੋਗਾ ਪੜ੍ਹਾਈ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਅੰਧ ਵਿਸ਼ਵਾਸਾਂ ਤੇ ਗੈਬੀ ਸ਼ਕਤੀਆਂ ਭਰਮ ਜਾਲ ਵਿੱਚ ਪਿਆ ਹੋਇਆ ਦਿਸ਼ਾਹੀਨ ਹੋ ਜਾਂਦਾ ਹੈ। ਇਸ ਕਾਰਨ ਉਸ ਦਾ ਸਿਰਫ ਪੜ੍ਹਾਈ ਪੱਖੋਂ ਨੁਕਸਾਨ ਨਹੀਂ ਹੁੰਦਾ, ਉਹ ਬਹੁਤ ਸਾਰੀਆਂ ਮਾੜੀਆਂ ਆਦਤਾਂ ਜਿਵੇਂ ਝੂਠ ਬੋਲਣਾ, ਬਹਾਨੇ ਬਣਾਉਣਾ, ਲੜਨਾ, ਬਦਲਾਖੋਰ ਭਾਵਨਾ ਇਹੋ ਜਿਹਿਆਂ ਦਾ ਵੀ ਸ਼ਿਕਾਰ ਹੋ ਜਾਂਦਾ ਹੈ। ਫਿਰ ਵਿਅਰਥ ਦੀ ਭਟਕਣਾ ਵਿੱਚ ਭਟਕਦਾ ਹੋਇਆ ਉਹ ਇੱਕ ਦਿਨ ਪ੍ਰਕਿਰਤੀ ਵਿਗਿਆਨੀ ਖੋਜ ਕੇਂਦਰ ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਉਸ ਨੂੰ ਉਸਦੇ ਡਾਕਟਰ ਬਾਬਾ ਜੀ ਵੱਲੋਂ ਕੁਝ ਵਿਸ਼ੇਸ਼ ਨਸੀਹਤਾਂ ਦੇ ਕੇ ਦਵਾਈ ਦਿੱਤੀ ਜਾਂਦੀ ਹੈ। ਉਸ ਦੀ ਆਪਣੀ ਲਾਪਰਵਾਹੀ ਨਾਲ ਦਵਾਈ ਵਰਤ ਤੇ ਪਹਿਲਾਂ ਖਤਮ ਹੋ ਜਾਂਦੀ ਹੈ। ਜਦੋਂ ਉਹ ਦੁਬਾਰਾ ਉੱਥੇ ਜਾਂਦਾ ਹੈ ਤਾਂ ਬਾਬਾ ਜੀ
ਉੱਥੋਂ ਜਾ ਚੁੱਕੇ ਹੁੰਦੇ ਹਨ। ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦਾ ਹੈ। ਸੜਕ ਕਿਨਾਰੇ ਬੈਠਾ ਸੋਚਦਾ ਹੈ। ਫਿਰ ਉਸ ਨੂੰ ਸੜਕ ਦੇ ਲਾਗੇ ਰੁੱਖ ਦੇ ਮੇਲ ਦੇ ਅਲੋਪ ਹੋਣ ਦੇ ਸੰਕੇਤ ਨੇ ਸੂਝਵਾਨ ਬਣਾਉਣ ਵਿੱਚ ਪ੍ਰੇਰਿਤ ਕੀਤਾ। ਉਸ ਨੂੰ ਸੋਝੀ ਆ ਗਈ ਕਿ ਉਸ ਨੂੰ ਕਿਸੇ ਗੈਬੀ ਸ਼ਕਤੀ ਜਾਂ ਕਿਸੇ ਦਵਾਈ ਦੀ ਆਦਤ ਦੀ ਬਜਾਏ ਆਪਣੀ ਮਿਹਨਤ, ਹਿੰਮਤ ਤੇ ਵਿਸ਼ਵਾਸ ਤੋਂ ਹੀ ਕੰਮ ਲੈਣਾ ਚਾਹੀਦਾ ਹੈ। ਉਸ ਨੂੰ ਉਸੇ ਰਾਹ 'ਤੇ ਤੁਰਨਾ ਚਾਹੀਦਾ ਹੈ ਜਿਹੜਾ ਉਸ ਦੀ ਮਾਂ, ਉਸ ਦੇ ਅਧਿਆਪਕ ਤੇ ਉਸ ਦੇ ਦੋਸਤ ਇਕਬਾਲ ਨੇ, ਪਿਤਾ ਨੇ, ਪ੍ਰਕਿਰਤੀ ਵਿਗਿਆਨ ਵਾਲੇ ਬਾਬਾ ਜੀ ਨੇ ਦੱਸਿਆ ਹੈ। ਇਸ ਤਰ੍ਹਾਂ ਅੰਤ 'ਤੇ ਲੇਖਕ ਨੇ ਅੰਧ ਵਿਸ਼ਵਾਸਾਂ ਤੇ ਕਲਪਨਾਵਾਂ ਦੇ ਹਨੇਰੇ ਵਿੱਚ ਗਵਾਚੇ ਹੋਏ ਮੁੰਡੇ ਨੂੰ ਸਵੈ ਵਿਸ਼ਵਾਸ ਰਾਹੀਂ ਗਿਆਨ ਦੇ ਸਿੱਧੇ ਰਸਤੇ 'ਤੇ ਪਹੁੰਚਾ ਦਿੱਤਾ। ਕਿਉਂਕਿ ਇਸ ਨਾਵਲ ਦੇ ਵਿੱਚ ਜਿਹੜਾ ਘੋਗਾ ਹੈ ਉਹ ਸੋਨ ਕਾਟੋ, ਉਹਦੀ ਕਲਪਨਾ ਦੇ ਵਿੱਚ ਸੋਨ ਕਾਟੋ ਹੁੰਦੀ ਹੈ। ਉਹ ਸੋਚਦਾ ਹੈ ਕਿ ਸੋਨ ਕਾਟੋ ਮੇਰਾ ਸਾਰਾ ਕੰਮ ਕਰ ਦੇਵੇਗੀ। ਇਸ ਕਰਕੇ ਉਹ ਸੋਨ ਕਾਟੋ ਨੂੰ ਆਪਣੇ ਕਲਪਨਾਵਾਂ ਦੇ ਵਿੱਚ ਵੇਖਦਾ ਹੈ, ਤਵੀਤ ਧਾਗਿਆਂ ਦੇ ਸਹਾਰੇ ਲੈਂਦਾ ਕਿ ਸ਼ਾਇਦ ਮੈਂ ਇਹਨਾਂ ਦੇ ਦੁਆਰਾ ਪਾਸ ਹੋ ਜਾਵਾਂਗਾ, ਪਰ ਅਜਿਹਾ ਕੁਝ ਵੀ ਨਹੀਂ ਹੁੰਦਾ। ਇਸ ਲਈ ਲੇਖਕ ਨੇ ਕਿ ਅੰਧ ਵਿਸ਼ਵਾਸ ਤੇ ਕਲਪਨਾਵਾਂ ਦੇ ਹਨੇਰੇ ਵਿੱਚ ਗਵਾਚਿਆ ਹੋਇਆ ਮੁੰਡੇ ਨੂੰ ਸਵੈ ਵਿਸ਼ਵਾਸ ਰਾਹੀਂ ਗਿਆਨ ਦੇ ਸਿੱਧੇ ਰਸਤੇ 'ਤੇ ਜਿਹੜਾ ਹੈ ਉਸਨੂੰ ਲੇਖਕ ਨੇ ਉਸਨੂੰ ਪਹੁੰਚਾਇਆ ਹੈ। ਇਹ ਸੀ ਬੱਚੋ ਸਾਡਾ ਸਾਰ। ਧੰਨਵਾਦ।